ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ ਹੀ ਪਿਆਰ ਭਰੀ ਜੈ ਮਸੀਹ ਦੀ। ਪਰਮੇਸ਼ਵਰ ਜੀ ਦੇ ਘਰ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਤੇ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਚੰਗੇ ਹੋ ਕੇ ਜਾਓ। ਆਮੀਨ, ਹਾਲੇਲੂਇਆ। ਅੱਜ ਫਿਰ ਤੋਂ ਆਪਾਂ ਵਚਨ ਦੇ ਵਿੱਚੋਂ ਸ਼ਿਫਾ ਦੇ ਬਾਰੇ ਵਿੱਚ ਹੀ ਸਿੱਖਾਂਗੇ, ਚੰਗਿਆਈ ਦੇ ਬਾਰੇ ਵਿੱਚ ਸਿੱਖਾਂਗੇ। ਜਦੋਂ ਅੱਜ ਆਪਾਂ ਚੰਗਿਆਈ ਦੇ ਬਾਰੇ ਵਿੱਚ ਸਿੱਖਾਂਗੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਵੀ ਉਸ ਚੀਜ਼ ਨੂੰ ਮਹਿਸੂਸ ਕਰੋਗੇ ਜੋ ਮੈਂ ਮਹਿਸੂਸ ਕੀਤੀ ਆ। ਵਚਨ ਇੱਕ ਵਾਰੀ ਲਿਖ ਦਿੱਤਾ ਗਿਆ ਪਵਿੱਤਰ ਬਾਈਬਲ, ਹਰ ਰੋਜ਼ ਇਹਨੂੰ ਚੇਂਜ ਨਹੀਂ ਕੀਤਾ ਜਾਂਦਾ। ਔਰ ਵਚਨ ਦੇ ਵਿੱਚ ਲਿਖਿਆ ਕਿ ਇਹਦੀ ਕੋਈ ਵੀ ਲਗਾ ਮਾਤਰਾ ਜਿਹੜੀ ਆ ਉਹ ਵਧਾਈ ਜਾਂ ਘਟਾਈ ਨਾ ਜਾਵੇ। ਅਗਰ ਕੋਈ ਇੱਦਾਂ ਕਰੇ ਤਾਂ ਉਹ ਦੋਸ਼ੀ ਹੋਏਗਾ। ਇਸ ਦੇ ਬਾਵਜੂਦ ਵੀ ਜਦੋਂ ਤੁਸੀਂ ਇੱਕ ਹੀ ਵਚਨ ਨੂੰ 7 ਵਾਰੀ ਪੜੋਗੇ ਤਾਂ ਉਹ ਤੁਹਾਨੂੰ 7 ਵਾਰੀ ਡਿਫਰੈਂਟ ਵੇ ਦੇ ਨਾਲ ਪਰਮੇਸ਼ਵਰ ਦਾ ਆਤਮਾ ਸਮਝਾਏਗਾ। ਹਾਲੇਲੂਇਆ। ਕਿਉਂਕਿ ਇਹ ਵਚਨ ਗਿਆਨ ਦਾ ਸਾਗਰ ਆ। ਇਹ ਪਰਮੇਸ਼ਵਰ ਜੀ ਦੀ ਬਾਣੀ ਆ। ਇਹੀ ਉਹ ਸ਼ਬਦ ਆ ਜਿਹੜਾ ਦੇਹਧਾਰੀ ਹੋ ਗਿਆ। ਹਾਲੇਲੂਇਆ। ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਤੋਂ ਪਹਿਲਾਂ ਹੀ ਜਿਹੜੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਗਈਆਂ, ਉਹ ਭਵਿੱਖਬਾਣੀਆਂ ਵੀ ਇਸ ਬਾਣੀ ਦੇ ਵਿੱਚ ਦਰਜ ਆ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਕਿਸ ਤਰੀਕੇ ਨਾਲ ਹੋਏਗਾ ਔਰ ਕਿੱਦਾਂ ਉਹਨਾਂ ਦਾ ਕਰੂਸ ਦੇ ਉੱਤੇ ਬਲੀਦਾਨ ਹੋਏਗਾ। ਔਰ ਫਿਰ ਤੋਂ ਉਹਨਾਂ ਦੇ ਜੀ ਉੱਠਣ ਦਾ ਜਿਹੜਾ ਵਰਣਨ ਆ ਉਹ ਵੀ ਜਿਹੜਾ ਭਵਿੱਖਬਾਣੀਆਂ ਦੇ ਵਿੱਚ ਐਨ ਉੱਦਾਂ ਦੱਸਿਆ ਗਿਆ ਜਿੱਦਾਂ ਹੋਇਆ। ਪਰ ਮੈਂ ਦੇਖਿਆ ਜਿੰਨੀ ਵਾਰੀ ਵੀ ਮੈਂ ਕਿਸੇ ਰੈਫਰੈਂਸ ਨੂੰ ਪੜ੍ਹਦੀ ਹਾਂ, ਹਰ ਵਾਰੀ ਪਰਮੇਸ਼ਵਰ ਦਾ ਆਤਮਾ ਉਹਨੂੰ ਇੱਕ ਨਵੇਂ ਤਰੀਕੇ ਦੇ ਨਾਲ ਸਾਡੇ ਅੱਗੇ ਪੇਸ਼ ਕਰਦਾ ਆ, ਸ਼ਾਇਦ ਸਮੇਂ ਦੀ ਜ਼ਰੂਰਤ ਦੇ ਅਨੁਸਾਰ। ਤੇ ਅੱਜ ਵੀ ਆਪਾਂ ਸ਼ਿਫਾ ਦੇ ਬਾਰੇ ਦੇ ਵਿੱਚ ਦੇਖਣਾ, ਚੰਗਿਆਈ ਦੇ ਬਾਰੇ ਵਿੱਚ ਦੇਖਣਾ। ਤੇ ਅੱਜ ਦੇਖਦੇ ਹਾਂ ਕਿ ਕਿਹੜੀ ਚੰਗਿਆਈ, ਕਿਸ ਤਰ੍ਹਾਂ ਦੀ ਚੰਗਿਆਈ ਦਾ ਜਿਹੜਾ ਜ਼ਿਕਰ ਆ ਪ੍ਰਭੂ ਯਿਸੂ ਮਸੀਹ ਜੀ ਕਰ ਰਹੇ ਆ। ਹਾਲੇਲੂਇਆ। ਇੱਥੇ ਆਪ ਪ੍ਰਭੂ ਯਿਸੂ ਮਸੀਹ ਜੀ ਚੰਗਿਆਈ ਦਾ ਜ਼ਿਕਰ ਕਰ ਰਹੇ ਆ ਔਰ ਚੰਗਿਆਂ ਕਰ ਰਹੇ। ਅਸੀਂ ਉਸ ਵਾਕਿਆ ਨੂੰ ਦੇਖਾਂਗੇ। ਆਓ ਬੁੱਕ ਆਫ ਜੌਨ ਚੈਪਟਰ ਨੰਬਰ 5 ਤੇ ਇਹਦੀ 1 ਨੰਬਰ ਵਰਸ ਤੋਂ ਲੈ ਕੇ ਆਪਾਂ 7 ਨੰਬਰ ਵਰਸ ਤੱਕ ਦੇਖਾਂਗੇ। ਯੋਹੰਨਾ ਦੀ ਕਿਤਾਬ ਨਵੇਂ ਨੇਮ ਦੇ ਵਿੱਚੋਂ 5 ਨੰਬਰ ਅਧਿਆਏ ਤੇ ਉਹਦੀ 1 ਨੰਬਰ ਪੰਕਤੀ ਤੋਂ ਲੈ ਕੇ 7 ਨੰਬਰ ਪੰਕਤੀ ਤੱਕ ਦੇਖਾਂਗੇ। ਕਹਿੰਦੇ ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਬੇਤਜ਼ਥਾ ਕਰਕੇ ਸਦਾਉਂਦਾ ਹੈ, ਜਿਹਦੇ 5 ਦਲਾਨ ਹਨ। ਉਹਨਾਂ ਵਿੱਚ ਰੋਗੀ, ਅੰਨੇ, ਲੰਗੇ ਅਤੇ ਲੂਲੇ ਬਹੁਤ ਸਾਰੇ ਪਏ ਸਨ। ਔਰ ਉੱਥੇ ਇੱਕ ਮਨੁੱਖ ਸੀ ਜੋ 38 ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ। ਯਿਸੂ ਨੇ ਉਹਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ ਹੈ, ਉਹਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਸੋ ਅੱਜ ਜੋ ਵਚਨ ਹੈ ਉਹਦਾ ਸਰਲੇਖ ਇਹੀ ਹੈ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ, ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਥੋਂ ਅੱਗੇ ਉੱਤਰ ਪੈਂਦਾ ਹੈ। ਹਾਲੇਲੂਇਆ। ਇੱਥੇ ਅਸੀਂ ਇੱਕ ਸੀਨ ਦੇਖਦੇ ਹਾਂ ਜਿਹੜਾ ਇੱਕ ਤਿਉਹਾਰ ਤੋਂ ਬਾਅਦ, ਇੱਕ ਫੈਸਟੀਵਲ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਜੀ ਯਰੂਸ਼ਲਮ ਦੇ ਵਿੱਚ ਆਏ ਆ, ਯਹੂਦੀਆਂ ਦੇ ਇੱਕ ਪਰਬ ਤੋਂ ਬਾਅਦ ਦੇ ਵਿੱਚ। ਔਰ ਉਹ ਕਿੱਥੇ ਨੂੰ ਗਏ ਆ? ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਗੇਟ ਆ, ਉਸ ਪੂਲ ਦੇ ਨੇੜੇ, ਉਸ ਤਲਾਅ ਦੇ ਨੇੜੇ, ਪਾਣੀ ਦੇ ਇੱਕ
ਚੋਬੇ ਦੇ ਨੇੜੇ, ਜਿਹਦਾ ਨਾਮ ਆ ਭੇਡਾਂ ਵਾਲਾ ਦਰਵਾਜ਼ਾ। ਇੱਕ ਇੱਕ ਅੱਖਰ ਜਿਹੜਾ ਹੈ ਨਾ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਮੀਨ ਨੂੰ, ਬਹੁਤ ਵੱਡੇ ਅਰਥ ਨੂੰ ਲੈ ਕੇ ਬੈਠਾ। ਇੱਕ ਇੱਕ ਅੱਖਰ ਦੇ ਵਿੱਚ ਬਹੁਤ ਵੱਡਾ ਅਰਥ ਸਮਾਇਆ ਹੋਇਆ ਹੈ। ਕਿਰਪਾ ਕਰਕੇ ਆਪਣੇ ਕੰਨਾਂ ਨੂੰ ਖੁੱਲਿਆਂ ਰੱਖਣਾ ਔਰ ਮਨ ਨੂੰ ਵੀ ਖੋਲਣਾ। ਤਾਂ ਯਰੂਸ਼ਲਮ ਦੇ ਵਿੱਚ, ਕਿੱਥੇ? ਯਰੂਸ਼ਲਮ ਦੇ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਤਾਲ ਹੈ, ਜੋ ਇਬਰਾਨੀ ਭਾਖਾ ਵਿੱਚ ਬੇਥ ਜ਼ਥਾ ਕਰਕੇ ਸਦਾਉਂਦਾ ਹੈ, ਜਿਹਦੇ 5 ਦਲਾਨ ਹਨ। ਤੁਹਾਨੂੰ ਪਤਾ, ਇੱਥੇ ਇੱਕ ਹੁਣ ਤਸਵੀਰ ਬਣ ਗਈ ਆ। ਜੇ ਕੋਈ ਚੰਗਾ ਚਿੱਤਰਕਾਰ ਹੋਏ ਜਾਂ ਕਿਸੇ ਸੀਨ ਨੂੰ ਸਮਝਣ ਵਾਲਾ ਹੋਏ, ਤੇ ਜੇ ਉਹ ਬਸ ਇਹਨਾਂ ਹੀ ਅੱਖਰਾਂ ਦੀ ਇੱਕ ਤਸਵੀਰ ਬਣਾਏ, ਤਾਂ ਤੁਹਾਨੂੰ ਪਤਾ ਕਿਹੜੀ ਤਸਵੀਰ ਬਣਨੀ ਆ। ਹੋ ਸਕਦਾ ਕਈ ਸੋਚ ਰਹੇ ਹੋਣ, ਇਮੈਜੀਨੇਸ਼ਨ ਬਣਾ ਰਹੇ ਹੋਣ, ਬਈ ਪਾਣੀ ਦਾ ਇੱਕ ਤਲਾਅ ਆ, ਉਹਦੇ ਨੇੜੇ ਇੱਕ ਪੁਰਾਣਾ ਜਿਹਾ ਬੂਹਾ ਆ, ਉੱਥੇ ਇੱਕ ਬੰਦਾ ਜਿਹਦਾ ਨਾਮ ਯਿਸੂ ਮਸੀਹ ਆ, ਉਹ ਖੜਾ ਆ। ਇਹ ਆ ਆਮ ਸੋਚ, ਇੱਕ ਆਮ ਖਿਆਲ। ਪਰ ਜੇ ਅਸੀਂ ਸੱਚੀ ਇਸ ਸੀਨ ਨੂੰ ਸਮਝੀਏ ਤਾਂ ਇੱਕੋ ਹੀ ਬੰਦੇ ਦੀ ਤਸਵੀਰ ਬਣਨੀ ਆ। ਨਾ ਪਾਣੀ ਨਾ ਬੂਹਾ, ਉਹ ਤਸਵੀਰ ਪ੍ਰਭੂ ਯਿਸੂ ਮਸੀਹ ਦੀ ਬਣਨੀ ਆ। ਹਾਲੇਲੂਇਆ। ਯਰੂਸ਼ਲਮ ਦੇ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਪਾਣੀ ਦਾ ਤਲਾਬ ਆ, ਜਿਹਨੂੰ ਬੈਤਜ਼ਥਾ ਕਰਕੇ ਸੱਦੀਦਾ ਆ। ਪਹਿਲੀ ਗੱਲ, ਪਵਿੱਤਰਤਾਈ ਦੇ ਵਿੱਚ, ਯਰੂਸ਼ਲਮ ਦੇ ਵਿੱਚ, ਪਰਮੇਸ਼ਵਰ ਦੀ ਵਾਅਦੇ ਦੀ ਧਰਤੀ ਦੇ ਵਿੱਚ, ਪਰਮੇਸ਼ਵਰ ਦੀ ਬਲੈਸ ਕੀਤੀ ਹੋਈ ਜ਼ਮੀਨ ਤੇ, ਪਰਮੇਸ਼ਵਰ ਵੱਲੋਂ ਚੁਣੀ ਹੋਈ ਜ਼ਮੀਨ ਤੇ, ਫਿਰ ਉੱਥੇ ਇੱਕ ਤਲਾਬ ਆ, ਇੱਕ ਸੋਰਸ ਆ, ਜਿਹਦਾ ਨਾਮ ਕੀ ਆ? ਬੇਤਜ਼ਥਾ। ਉਹਦਾ ਮਤਲਬ ਕੀ ਆ? ਦਇਆ ਦਾ ਸਾਗਰ। ਹਾਲੇਲੂਇਆ। ਉਹਦਾ ਮਤਲਬ ਕੀ ਆ? ਦਇਆ ਦਾ ਸਾਗਰ, ਕਿਰਪਾ ਕਰਨ ਵਾਲਾ, ਡੋਰ ਆਫ ਮਰਸੀ ਵੀ ਕਹਿ ਸਕਦੇ ਉਹਨੂੰ। ਸੋ ਪ੍ਰਭੂ ਯਿਸੂ ਮਸੀਹ ਕੌਣ ਆ? ਦਇਆ ਦੇ ਸਾਗਰ ਆ, ਕਿਰਪਾ ਕਰਨ ਵਾਲੇ ਕਿਰਪਾਲੂ ਆ। ਜਦੋਂ ਆਪਾਂ ਦੇਖਦੇ ਆ ਸ਼ਬਦ ਦੇਹਧਾਰੀ ਹੋਇਆ ਉਸ ਚੈਪਟਰ ਦੇ ਵਿੱਚ, ਤੇ ਉੱਥੇ ਲਿਖਿਆ ਉਹ ਕਿਰਪਾ ਤੇ ਸੱਚਾਈ ਦੇ ਨਾਲ ਭਰਪੂਰ ਹੋਇਆ, ਤੇ ਅਸੀਂ ਉਹਦਾ ਤੇਜ ਪਿਤਾ ਦੇ ਇਕਲੌਤੇ ਜਿਹਾ ਡਿੱਠਾ। ਹਾਲੇਲੂਇਆ। ਫੇਰ ਕਿੱਥੇ ਉਹ? ਭੇਡਾਂ ਦੇ ਦਰਵਾਜ਼ੇ ਕੋਲ, ਭੇਡਾਂ ਵਾਲੇ ਦਰਵਾਜ਼ੇ ਕੋਲ। ਉਹਦਾ ਨੇਮ ਕੀ ਆ ਡੋਰ ਦਾ, ਜਿੱਥੋਂ ਐਂਟਰ ਹੁੰਦੇ ਆ? ਭੇਡਾਂ ਵਾਲਾ ਦਰਵਾਜ਼ਾ। ਤੇ ਆਪਾਂ ਕੌਣ ਆ? ਭੇਡਾਂ। ਯਿਸੂ ਮਸੀਹ ਨੇ ਸਾਨੂੰ ਭੇਡਾਂ ਕਹਿ ਕੇ ਸੰਬੋਧਨ ਕੀਤਾ, ਔਰ ਉਹਨੇ ਕਿਹਾ ਇੱਕ ਚੰਗਾ ਅਯਾਲੀ ਮੈਂ ਆ। ਪਰ ਜੇ ਆਪਾਂ ਇਹਨੂੰ ਨਾਰਮਲੀ ਦੇਖੀਏ, ਇਦਾਂ ਲੱਗਦਾ ਜਿੱਦਾਂ ਇੱਕ ਤਲਾਅ ਦੇ ਕੋਲ ਰੋਗੀ ਹੈਗੇ ਆ ਤੇ ਉੱਥੇ ਕੋਈ ਆ ਗਿਆ ਆ ਬਸ। ਪਰ ਜਦੋਂ ਅਸੀਂ ਇਹਨੂੰ ਪਰਮੇਸ਼ਵਰ ਦੇ ਆਤਮਾ ਦੇ ਪ੍ਰਕਾਸ਼ ਦੇ ਨਾਲ ਦੇਖਦੇ ਆ, ਫਿਰ ਸਾਨੂੰ ਇੱਥੇ ਸਾਰਾ ਕੁਝ ਨਜ਼ਰ ਆਉਂਦਾ ਆ। ਫਿਰ ਕੀ ਲਿਖਿਆ? ਕਹਿੰਦਾ ਉਹਦੇ 5 ਦਲਾਨ ਆ। ਏਦਾਂ ਨਹੀਂ ਜਾਪਦਾ ਜਿੱਦਾਂ ਇਹ 5 ਦਲਾਨ ਯਿਸੂ ਮਸੀਹ ਦੇ ਸਰੀਰ ਦੇ ਉੱਤੇ ਲੱਗੇ ਹੋਏ 5 ਸੱਟਾਂ ਦੇ ਨਿਸ਼ਾਨ ਆ, 5 ਜ਼ਖਮਾਂ ਦੇ ਨਿਸ਼ਾਨ ਆ। ਸੋ ਉੱਥੇ ਵੀ 5 ਦਲਾਨ ਆ। ਜਿੱਥੇ ਉਹ ਤਲਾਅ ਆ ਤੇ ਉੱਥੇ 5 ਦਲਾਨ ਆ। ਔਰ ਉਹਨਾਂ ਦਲਾਨਾਂ ਦੇ ਵਿੱਚ ਕੀ ਆ? ਦਲਾਨ ਮੀਨਸ ਵੱਡੀਆਂ ਗੈਲਰੀਜ਼, ਜਿਨ੍ਹਾਂ ਦੀ ਛੱਤ ਹੋਵੇ ਪਰ ਪਿਲਰਸ ਦੇ ਉੱਤੇ ਖੜੀਆਂ ਹੋਣ, ਪਰ ਇੱਕ ਪਾਸਿਓਂ ਓਪਨ ਹੋਣ, ਤੇ ਕਾਫੀ ਜਣੇ ਬੈਠ ਸਕਦੇ ਹੋਣ, ਜਾਂ ਕਾਫੀ ਸਾਰਾ ਸਮਾਨ ਉਹਦੇ ਵਿੱਚ ਰੱਖਿਆ ਜਾਂਦਾ ਹੋਏ, ਉਹਨੂੰ ਦਲਾਨ ਕਹਿੰਦੇ ਆ। ਸੋ ਕਹਿੰਦਾ ਉਹਨਾਂ ਵਿੱਚ ਰੋਗੀ, ਅੰਨੇ, ਲੰਗੇ ਅਤੇ ਲੂਲੇ ਬਹੁਤ ਸਾਰੇ ਪਏ ਸਨ।
ਹੁਣ ਜਦੋਂ ਰੋਗੀ ਕਹਿ ਦਿੱਤਾ ਤਾਂ ਅੰਨੇ ਵੀ ਰੋਗੀ ਆ, ਲੰਗੜੇ ਵੀ ਰੋਗੀ ਆ, ਹੋਰ ਵੀ ਸਾਰੀ ਤਰ੍ਹਾਂ ਦੇ ਜਿਨ੍ਹਾਂ ਨੂੰ ਜਿਸਮਾਨੀ ਪ੍ਰੋਬਲਮਸ ਆ ਉਹ ਸਾਰੇ ਰੋਗੀ ਹੀ ਤੇ ਆ। ਪਰ ਇੱਥੇ ਇਦਾਂ ਕਾਹਤੇ ਕਿਹਾ? ਰੋਗੀ ਵੱਖਰੇ ਕਿਹਾ, ਅੰਨੇ ਵੱਖਰੇ ਕਿਹਾ, ਲੰਗੇ ਵੱਖਰੇ ਕਿਹਾ ਤੇ ਲੂਲੇ ਵੀ ਕਿਹਾ। ਇਦਾਂ ਕਾਹਤੋਂ ਕਿਹਾ? ਕਰਕੇ ਕੁਛ ਇਦਾਂ ਆ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਆਏ ਆ ਉਹ ਸਿਰਫ ਜਿਸਮਾਨੀ ਰੋਗਾਂ ਦਾ ਕਰਕੇ ਆਏ ਆ, ਜਿਨ੍ਹਾਂ ਨੂੰ ਰੋਗ ਕਿਹਾ ਜਾਂਦਾ ਆ, ਉਹ ਰੋਗੀ ਆ। ਪਰ ਬਹੁਤ ਸਾਰੇ ਆ ਜਿਹੜੇ ਉਹਦੇ ਕੋਲ ਆਏ ਉਹ ਅੰਨੇ ਆ, ਆਤਮਿਕ ਅੰਨੇ, ਜਿਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ। ਆਤਮਿਕ ਦੁਨੀਆ ਦੇ ਵਿੱਚ ਸੁਪਰ ਨੈਚੁਰਲ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਅਲੌਕਿਕ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਅਤੇ ਲੰਗੇ, ਜਿਨ੍ਹਾਂ ਦੀ ਚਾਲ ਸਹੀ ਨਹੀਂ ਆ। ਕਿਹੜੀ ਚਾਲ? ਆਤਮਿਕ ਚਾਲ, ਕਰੈਕਟਰ ਵਾਈਜ਼, ਚਰਿੱਤਰ ਦੇ ਤੌਰ ਤੇ, ਚਰਿੱਤਰ ਦੇ ਤੌਰ ਤੇ ਜਿਨ੍ਹਾਂ ਦੀ ਚਾਲ ਸਹੀ ਨਹੀਂ ਆ। ਕੌਣ ਕੌਣ ਆਇਆ? ਪਹਿਲਾਂ ਆਏ ਜਿਹੜੇ ਜਿਸਮਾਨੀ ਰੋਗੀ ਆ, ਫੇਰ ਹੁਣ ਕੌਣ ਆਏ? ਜਿਹੜੇ ਆਤਮਿਕ ਅੰਨੇ ਆ, ਜਿਨ੍ਹਾਂ ਨੂੰ ਆਤਮਿਕ ਤੌਰ ਤੇ ਕੋਈ ਗਿਆਨ ਨਹੀਂ ਹੈਗਾ। ਫੇਰ ਕੌਣ ਆਏ? ਲੰਗੜੇ, ਜਿਨ੍ਹਾਂ ਦੀ ਆਤਮਿਕ ਚਾਲ ਵੀ ਸਹੀ ਨਹੀਂ ਆ। ਉਹਨਾਂ ਨੇ ਕਿੱਦਾਂ ਚੱਲਣਾ ਆ, ਕਿੱਦਾਂ ਪਵਿੱਤਰਤਾਈ ਦੇ ਵਿੱਚ ਰਹਿਣਾ ਆ, ਕਿਹੜੇ ਕੰਮ ਕਰਨੇ, ਜਿਨ੍ਹਾਂ ਨੂੰ ਨਹੀਂ ਪਤਾ। ਆਤਮਿਕ ਲੰਗੇ, ਭਾਵੇਂ ਇੱਥੇ ਲੰਗੇ ਹੀ ਕਿਹਾ ਆ, ਪਰ ਪ੍ਰਭੂ ਯਿਸੂ ਮਸੀਹ ਆਲ ਦਾ ਟਾਈਮ ਦ੍ਰਿਸ਼ਟਾਂਤਾਂ ਦੇ ਰਾਹੀਂ ਗੱਲ ਕਰਦੇ ਸੀ। ਔਰ ਪਰਮੇਸ਼ਵਰ ਦੀ ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਆ ਉਹ ਪਵਿੱਤਰ ਆਤਮਾ ਜੀ ਦੇ ਰਾਹੀਂ ਜਿਹੜਾ ਆ ਉਹ ਲਿਖਿਆ ਗਿਆ ਆ, ਬਿਆਨ ਕੀਤਾ ਗਿਆ ਆ। ਇਸ ਲਈ ਉਹਦੇ ਗਹਿਰੇ ਹਾਵ ਭਾਵ ਤੇ ਮਤਲਬ ਆ। ਹਾਲੇਲੂਇਆ। ਸੋ ਹੁਣ ਕੀ ਕਹਿੰਦਾ? ਅਤੇ ਲੂਲੇ, ਲੂਲੇ ਕੌਣ ਆ? ਜਿਨ੍ਹਾਂ ਨੂੰ ਪੈਰਾਲਾਈਜ਼ਡ ਹੋਇਆ ਆ, ਜਿਨ੍ਹਾਂ ਦੇ ਪਾਸੇ ਮਾਰੇ ਗਏ ਆ, ਜਿਹੜੇ ਏਬਲ ਨਹੀਂ ਹੈਗੇ ਚੱਲਣ ਫਿਰਨ ਦੇ, ਆਪੇ ਕੁਛ ਵੀ ਕਰਨ ਦੇ। ਕਹਿੰਦਾ ਇਹੋ ਜਿਹੇ ਲੋਕ ਉਹਨਾਂ ਦਲਾਨਾਂ ਦੇ ਵਿੱਚ ਆ, ਜਿੱਦਾਂ ਆ ਵੀ ਇੱਕ ਦਲਾਨ ਹੀ ਆ ਜਿੱਥੇ ਆਪਾਂ ਬੈਠੇ ਆ, ਤੇ ਤੁਸੀਂ ਵੀ ਬੈਤਸਦਾ ਦੇ ਕੰਢੇ ਤੇ ਹੀ ਬੈਠੇ ਆ। ਤੁਸੀਂ ਵੀ ਉਸ ਤਲਾਅ ਦੇ ਕੰਢੇ ਤੇ ਬੈਠੇ ਆ, ਜਿਹਦਾ ਪਾਣੀ ਜਦੋਂ ਜਿੰਦਾ ਹੋ ਜਾਂਦਾ ਆ ਤੇ ਫੇਰ ਉਹਦੇ 'ਚ ਕੋਈ ਉਤਰ ਜਾਂਦਾ ਤੇ ਉਹ ਸ਼ਿਫਾ ਪਾ ਲੈਂਦਾ ਆ। ਹਾਲੇਲੂਇਆ। ਸੋ ਬਹੁਤਿਆਂ ਦੇ ਹਾਲਾਤ ਇਦਾਂ ਹੀ ਆ, ਕੋਈ ਰੋਗੀ ਆ, ਕੋਈ ਲੰਗੇ ਆ, ਕੋਈ ਅੰਨੇ ਆ, ਕੋਈ ਲੂਲੇ ਆ। ਫਿਰ ਉਹ ਕੀ ਕਹਿੰਦਾ? ਔਰ ਉੱਥੇ ਇੱਕ ਮਨੁੱਖ ਸੀ। ਹਾਲਾਂਕਿ ਬਹੁਤ ਉੱਥੇ ਕਹਿੰਦਾ ਹੈਗੇ ਆ, ਪਰ ਉਹਨਾਂ ਵਿੱਚੋਂ ਇੱਕ ਮਨੁੱਖ ਸੀ ਜੋ 38 ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ, ਜਿਹਨੂੰ 38 ਇਅਰਸ ਹੋ ਗਏ ਸੀਗੇ, 38 ਸਾਲ ਹੋ ਗਏ ਸੀਗੇ ਆਪਣੀ ਬਿਮਾਰੀ ਦੇ ਵਿੱਚ। ਯਿਸੂ ਨੇ ਉਹਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ, ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ, ਉਹਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਯਿਸੂ ਮਸੀਹ ਜੀ ਨੇ ਉਸ ਰੋਗੀ ਨੂੰ, ਜਿਹੜਾ 38 ਸਾਲਾਂ ਤੋਂ 38 ਇਅਰਸ ਤੋਂ ਜਿਹੜਾ ਆਪਣੀ ਸਿਕਨੈਸ ਦੇ ਵਿੱਚ ਸੀਗਾ, ਬਿਮਾਰੀ ਦੇ ਵਿੱਚ ਸੀਗਾ, ਉਹਨੂੰ ਇਹ ਜਾਣ ਕੇ ਦਾ ਮਤਲਬ ਕਿ ਇੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਨਹੀਂ ਪੁੱਛਿਆ ਤੂੰ ਕਿੰਨੇ ਸਾਲਾਂ ਤੋਂ ਬਿਮਾਰ ਆ, ਤੇਰੀ ਮੈਡੀਕਲ ਹਿਸਟਰੀ ਕੀ ਆ, ਤੈਨੂੰ ਡਾਕਟਰਸ ਕੀ ਕਹਿੰਦੇ ਆ, ਉਹਨਾਂ ਨੇ ਕੀ ਦੱਸਿਆ ਆ। ਇੱਥੇ ਕੋਈ ਸਵਾਲ ਨਹੀਂ ਕੀਤਾ ਪ੍ਰਭੂ ਯਿਸੂ ਮਸੀਹ ਨੇ। ਹਾਲਾਂਕਿ ਅਸੀਂ ਤੁਹਾਨੂੰ ਕਈ ਵਾਰੀ ਪੁੱਛਦੇ ਆ, ਪਰ ਰੋਂਗ ਆ ਮੇਰੇ ਖਿਆਲ ਦੇ ਵਿੱਚ। ਜਦੋਂ ਮੈਂ ਪੜ੍ਹਦੀ ਸੀ, ਮੇਰੇ ਖਿਆਲ 'ਚ ਮੈਂ ਕਹਿੰਦੀ ਆ, ਤੁਹਾਡੇ ਲਈ ਪ੍ਰੇਅਰ ਕਰਨ ਤੋਂ ਪਹਿਲਾਂ ਮੈਨੂੰ ਪੁੱਛਣਾ ਨਹੀਂ ਚਾਹੀਦਾ ਤੁਹਾਡੀ ਮੈਡੀਕਲ ਹਿਸਟਰੀ ਕੀ ਆ, ਕਰਕੇ ਮੈਂ ਥੋੜੀ ਤੁਹਾਨੂੰ ਚੰਗਾ ਕਰਨ ਵਾਲਾ ਤਾਂ ਪ੍ਰਭੂ ਯਿਸੂ ਮਸੀਹ ਆਪ ਆ, ਤੇ ਮੈਂ ਮੈਡੀਕਲ ਹਿਸਟਰੀ ਜਾਣ ਕੇ ਕੀ ਕਰਨੀ। ਹਾਲੇਲੂਇਆ। ਔਰ ਇਹ ਵਚਨ ਸਾਨੂੰ ਕਲੀਅਰ ਕਰਦਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੂੰ ਸਾਡੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਆ ਕਿ ਤੇਰਾ ਸਿਰ ਦੁਖਦਾ, ਢਿੱਡ ਦੁਖਦਾ, ਤੈਨੂੰ ਡਾਕਟਰ ਨੇ ਕੀ ਦੱਸਿਆ, ਤੈਨੂੰ ਬਾਏ ਹੋਈ, ਗਰਮੀ ਹੋਈ, ਕੀ ਦਿੱਕਤ ਆ। ਨੋ, ਕਹਿੰਦਾ ਇਹ ਜਾਣ ਕੇ ਯਿਸੂ ਨੇ ਉਹਨੂੰ ਪਿਆ ਹੋਇਆ ਵੇਖ ਕੇ, ਜਸਟ ਵੇਖ ਕੇ ਹੀ, ਤੇ ਵਚਨ ਦੇ ਵਿੱਚ ਲਿਖਿਆ ਉਹਦੀ ਅੱਖ ਹਰ ਵੇਲੇ ਸਾਡੇ ਉੱਤੇ
ਲੱਗੀ ਹੋਈ, ਇਹਦਾ ਮਤਲਬ ਉਹ ਵੇਖਦਾ ਆ ਸਾਨੂੰ। ਤੇ ਕਹਿੰਦਾ ਉਹਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ, ਕੀ ਜਾਣਿਆ? ਜੋ ਉਹ ਹੁਣ ਬਹੁਤ ਚਿਰ ਤੋਂ ਬਿਮਾਰ ਹੀ ਆ, ਉੱਥੇ ਪਿਆ ਆ, ਉਹਨੂੰ ਆਖਿਆ ਕੀ ਤੂੰ ਚੰਗਾ ਹੋਣਾ ਚਾਹੁੰਦਾ ਆ? ਤੁਸੀਂ ਸੋਚੋ, ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਇਹ ਸਮਝ ਵਿੱਚ ਆ ਗਿਆ ਕਿ ਇਹ ਚਿਰਾਂ ਤੋਂ ਬਿਮਾਰ ਆ, ਔਰ ਪ੍ਰਭੂ ਯਿਸੂ ਮਸੀਹ ਜੀ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹਦੀ ਹੈਲਪ ਵਾਲਾ ਕੋਈ ਨਹੀਂ ਹੈਗਾ, ਤਾਂ ਉਹਨੂੰ ਹੀ ਪੁੱਛਿਆ, ਹੋਰ ਕਿਸੇ ਨੂੰ ਨਹੀਂ ਪੁੱਛਿਆ। ਤੇ ਕੀ ਪ੍ਰਭੂ ਯਿਸੂ ਮਸੀਹ ਜੀ ਨੂੰ ਇਹ ਨਹੀਂ ਪਤਾ ਲੱਗਾ ਸੀਗਾ ਬਈ ਇਹ ਚੰਗਾ ਹੋਣਾ ਚਾਹੁੰਦਾ ਆ? ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਸਵਾਲ ਕੀਤਾ, ਕੀ ਤੂੰ ਚੰਗਾ ਹੋਣਾ ਚਾਹੁੰਦਾ ਆ? ਅੱਜ ਵੀ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਪੁੱਛਦਾ ਆ, ਪ੍ਰਭੂ ਯਿਸੂ ਮਸੀਹ ਜੀ ਤੁਹਾਨੂੰ ਪੁੱਛਦੇ ਆ, ਡੂ ਯੂ ਵਾਂਟ ਟੂ ਗੈਟ ਵੈਲ? ਕੀ ਤੁਸੀਂ ਚੰਗਾ ਹੋਣਾ ਚਾਹੁੰਦੇ ਆ? ਕਿਉਂ ਪੁੱਛਿਆ ਤੇ ਕਿਉਂ ਪੁੱਛਦੇ ਆ? ਕਰਕੇ ਹਵਾ ਨੇ ਸੇਬ ਖਾ ਲਿਆ ਸੀਗਾ ਤੇ ਫਿਰ ਉਹਨੇ ਆਦਮ ਨੂੰ ਵੀ ਦੇਤਾ ਸੀਗਾ। ਭਲੇ ਬੁਰੇ ਦੀ ਸਿਆਣ ਵਾਲਾ, ਜਿਹਦੇ ਤੋਂ ਚੰਗੇ ਤੇ ਮਾੜੇ ਦੀ ਸਿਆਣ ਹੋ ਸਕੇ, ਉਹ ਫਲ ਖਾ ਲਿਆ ਸੀ। ਭਾਵ ਸਾਡੇ ਵਿੱਚ ਇੱਕ ਫ੍ਰੀ ਵਿਲ ਆ ਗਈ ਆ, ਇੱਕ ਆਜ਼ਾਦ ਇੱਛਾ ਆ ਗਈ ਆ ਸਾਡੇ ਅੰਦਰ। ਪਰਮੇਸ਼ਵਰ ਨੇ ਸਾਨੂੰ ਫ੍ਰੀ ਵਿਲ ਦੇ ਦਿੱਤੀ ਆ, ਆਜ਼ਾਦ ਇੱਛਾ ਦੇ ਦਿੱਤੀ ਆ ਕਿ ਅਸੀਂ ਕਿਹੜਾ ਰਾਹ ਚੁਣਨਾ ਆ। ਇਸ ਲਈ ਪ੍ਰਭੂ ਯਿਸੂ ਮਸੀਹ ਜੀ ਉਹਦੇ ਉੱਤੇ ਥੋਪਣਾ ਨਹੀਂ ਚਾਹੁੰਦੇ ਚੰਗਿਆਈ ਨੂੰ। ਉਹਨੂੰ ਪੁੱਛਦੇ ਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਆ? ਓਬਵੀਅਸਲੀ ਜੇ ਕਿਸੇ ਕੈਂਸਰ ਦੇ ਮਰੀਜ਼ ਨੂੰ ਤੁਸੀਂ ਪੁੱਛੋ ਬਈ ਕੀ ਤੂੰ ਚੰਗਾ ਹੋਣਾ ਚਾਹੁੰਦਾ, ਉਹਨੇ ਕਹਿਣਾ ਵਾਟ ਅ ਫਨੀ ਕੁਐਸਚਨ, ਕਿੰਨਾ ਮਜ਼ਾਕੀਆ ਸਵਾਲ ਆ ਇਹ, ਬਈ ਆ ਕੋਈ ਪੁੱਛਣ ਵਾਲੀ ਗੱਲ ਆ? ਉਹਨੇ ਕਹਿਣਾ ਮੈਂ ਕਦੋਂ ਦਾ ਡੀਕਣ ਡਿਆ, ਮੈਂ ਦਵਾਈਆਂ ਚਾਹ ਨਾਲ ਥੋੜੀ ਖਾਂਦਾ, ਚੰਗੇ ਹੋਣ ਨੂੰ ਹੀ ਖਾਂਦਾ। ਪਰ ਇੱਥੇ ਕਿਹੜੀ ਚੰਗਿਆਈ ਦਾ ਜ਼ਿਕਰ ਹੋ ਰਿਹਾ ਆ, ਸਮਝਣ ਦੀ ਤਾਂ ਇਹ ਜ਼ਰੂਰਤ ਆ ਕਿ ਅਸੀਂ ਜਿਹੜੇ ਰੋਗ ਸਾਡੇ ਅੰਦਰ ਆ ਉਹਨਾਂ ਤੋਂ ਚੰਗਾ ਹੋਣਾ ਚਾਹੁੰਦੇ ਆ, ਕਿ ਜਿਹੜੀ ਬੁਰਾਈ ਸਾਡੇ ਅੰਦਰ ਆ ਅਸੀਂ ਉਹਨੂੰ ਛੱਡਣਾ ਚਾਹੁੰਦੇ ਆ, ਕਿ ਉਹ ਪਾਪ ਵਾਲਾ ਸੁਭਾਅ ਜਿਹੜਾ ਸਾਡੇ ਅੰਦਰ ਵਸ ਚੁੱਕਿਆ ਆ ਕੀ ਅਸੀਂ ਉਹਨੂੰ ਤਿਆਗਣਾ ਚਾਹੁੰਦੇ ਆ? ਇਸ ਲਈ ਪ੍ਰਭੂ ਯਿਸੂ ਮਸੀਹ ਜੀ ਉਹਨੂੰ ਪੁੱਛਦੇ ਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਆ? ਅੱਜ ਬਿਮਾਰੀ ਕੋਈ ਵੱਡੀ ਗੱਲਬਾਤ ਨਹੀਂ ਆ, ਬੁਖਾਰ ਚੜਨਾ ਜਾਂ ਹੋਰ ਕੋਈ ਲਾ ਇਲਾਜ ਬਿਮਾਰੀਆਂ ਕੋਈ ਐਡੀ ਗੱਲਬਾਤ ਨਹੀਂ ਆ। ਠੀਕ ਆ, ਜਿਸਮਾਨੀ ਤੌਰ ਤੇ ਉਹਦੇ ਨਾਲ ਪਰੇਸ਼ਾਨੀ ਆਉਂਦੀ ਆ, ਪਰ ਅਸਲ ਵਿੱਚ ਜਿਹੜੀ ਬਿਮਾਰੀ ਸਾਡੇ ਅੰਦਰ ਆ, ਜਿਹੜਾ ਕੋੜ ਸਾਡੇ ਅੰਦਰ ਆ, ਜਿਹੜਾ ਪਾਪ ਸਾਡੇ ਅੰਦਰ ਆ, ਅਸਲੀ ਵਜ੍ਹਾ ਹੀ ਬਿਮਾਰੀਆਂ ਦੀ ਉਹ ਆ। ਤੇ ਅੱਜ ਤੁਹਾਨੂੰ ਪਰਮੇਸ਼ਵਰ ਦਾ ਆਤਮਾ, ਪਰਮੇਸ਼ਵਰ ਦਾ ਵਚਨ ਤੁਹਾਨੂੰ ਪੁੱਛਦੇ ਆ, ਕੀ ਤੁਸੀਂ ਚੰਗਾ ਹੋਣਾ ਚਾਹੁੰਦੇ ਆ? ਇਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਚੰਗੇ ਹੋਣਾ ਕਿ ਨਹੀਂ ਹੋਣਾ, ਆਜ਼ਾਦ ਮਰਜ਼ੀ ਆ। ਜਿਸਮਾਨੀ ਤੌਰ ਤੇ ਸਾਰੇ ਚੰਗਾ ਹੋਣਾ ਚਾਹੁੰਦੇ ਆ, ਪਰ ਰੂਹਾਨੀ ਤੌਰ ਤੇ ਕਈ ਹਾਲੇ ਪ੍ਰਿਪੇਅਰ ਨਹੀਂ ਆ, ਕਈ ਹਾਲੇ ਤਿਆਰ ਨਹੀਂ ਆ। ਸੱਚੀ ਗੱਲ ਆ, ਜੇ ਆਪਾਂ ਕਹੀਏ ਹੱਥ ਖੜੇ ਕਰੋ ਕਿੰਨੇ ਚੰਗੇ ਹੋਣੇ ਚਾਹੁੰਦੇ, ਸਾਰਿਆਂ ਨੇ ਦੋਵੇਂ ਕਰ ਦੇਣੇ ਆ। ਪਰ ਮੈਂ ਜਾਣਦੀ ਆ, ਹਾਲਾਂਕਿ ਪਰਮੇਸ਼ਵਰ ਪਹਿਲਾਂ ਤੋਂ ਹੀ ਜਾਣਦੇ ਆ ਕਿ ਅਸੀਂ ਜਿਸਮਾਨੀ ਚੰਗਿਆਈ ਨੂੰ ਪਹਿਲ ਦਿੰਨੇ ਆ। ਪਰ ਇੱਥੇ ਪੁੱਛਿਆ ਜਾ ਰਿਹਾ, ਕੀ ਤੂੰ ਅੰਦਰੋਂ ਚੰਗਾ ਹੋਣਾ ਚਾਹੁੰਦਾ ਆ? ਕੀ ਤੂੰ ਸੱਚੀ ਉਹਨਾਂ ਚੀਜ਼ਾਂ ਤੋਂ ਆਜ਼ਾਦ ਹੋਣਾ ਚਾਹੁੰਦਾ ਜਿਨ੍ਹਾਂ ਨੇ ਤੈਨੂੰ 38 ਸਾਲਾਂ ਤੋਂ ਆਪਣੀ ਗੁਲਾਮੀ ਦੇ ਵਿੱਚ ਰੱਖਿਆ ਆ? ਕੋਈ 38 ਸਾਲਾਂ ਤੋਂ ਹੋ ਸਕਦਾ, ਕੋਈ 12 ਸਾਲਾਂ ਤੋਂ ਹੋ ਸਕਦਾ, ਕੋਈ 20 ਤੋਂ, ਕੋਈ 25 ਤੋਂ, ਕੋਈ ਕਿੰਨੇ ਚਿਰ ਤੋਂ ਵੀ ਹੋ ਸਕਦਾ ਆ। ਜੇ ਅਸੀਂ ਕਹੂੰਗੇ ਕਿ ਮੈਂ ਆਜ਼ਾਦ ਹੋਣਾ ਚਾਹੁੰਦਾ ਆ, ਮੈਂ ਚੰਗਾ ਹੋਣਾ ਚਾਹੁੰਦਾ ਆ, ਤਾਂ ਜਾ ਕੇ ਸਾਨੂੰ ਆਤਮਿਕ ਸ਼ਿਫਾ ਮਿਲਣੀ ਆ, ਅਦਰਵਾਈਜ਼ ਨਹੀਂ। ਬਹੁਤ ਸਾਰੇ ਲੋਕ ਆ ਉਹ ਜਿਸਮਾਨੀ ਸ਼ਿਫਾ ਚਾਹੁੰਦੇ ਆ, ਪਰ ਉਹ ਅੰਦਰਲੀ ਬਿਮਾਰੀ ਦੇ ਨਾਲ ਉਹਨਾਂ ਨੂੰ ਇੰਨਾ ਗੇਜਾ ਪੈ ਗਿਆ ਆ, ਇੰਨੀ ਆਦਤ ਪੈ ਗਈ ਆ ਕਿ ਉਹ ਹੁਣ
ਡਿਸਕੰਫਰਟ ਨਹੀਂ ਉਹਨਾਂ ਨੂੰ ਲੱਗਦਾ, ਉਹ ਉਹਦੇ ਨਾਲ ਹੀ ਕੰਫਰਟੇਬਲ ਹੋ ਗਏ ਆ। ਉਹਨਾਂ ਨੂੰ ਉਹਦੇ ਨਾਲ ਬੇਰਾਮੀ ਨਹੀਂ ਜਾਪਦੀ, ਉਹਨਾਂ ਨੂੰ ਉਹਦੇ ਨਾਲ ਹੀ ਆਰਾਮ ਮਿਲਦਾ ਆ। ਹਾਲਾਂਕਿ ਉਹ ਆਪਣੇ ਦੁੱਖ ਨੂੰ ਜਾਣਦੇ ਆ, ਹਾਲਾਂਕਿ ਉਹ ਆਪਣੀ ਤਕਲੀਫ ਨੂੰ, ਆਪਣੇ ਦਰਦ ਨੂੰ ਜਾਣਦੇ ਆ, ਅਰਥਾਤ ਉਹ ਆਪਣੀ ਬੁਰਾਈ ਨੂੰ, ਆਪਣੇ ਪਾਪ ਨੂੰ ਔਰ ਬੁਰੇ ਸੁਭਾਅ ਨੂੰ ਜਾਣਦੇ ਆ। ਔਰ ਉਹ ਜਾਣਦੇ ਆ ਇਹ ਆਦਤ ਮੇਰੀ ਗਲਤ ਆ, ਉਹ ਜਾਣਦੇ ਇਹ ਕੰਮ ਮੇਰਾ ਚੰਗਾ ਨਹੀਂ ਆ, ਔਰ ਉਹ ਇਹ ਵੀ ਜਾਣਦੇ ਆ ਕਿ ਮੈਨੂੰ ਨਹੀਂ ਕਰਨਾ ਚਾਹੀਦਾ, ਔਰ ਉਹ ਚਰਚ ਨੂੰ ਵੀ ਆਉਂਦੇ ਆ। ਪਰ ਫਿਰ ਵੀ ਜਦੋਂ ਪਰਮੇਸ਼ਵਰ ਦਾ ਵਚਨ ਉਹਨਾਂ ਨੂੰ ਪੁੱਛਦਾ ਹੈ, ਡੂ ਯੂ ਵਾਂਟ ਟੂ ਗੈਟ ਵੈਲ, ਦੇ ਸੈਡ ਨੋ, ਆਈ ਡੂ ਨਾਟ। ਜਦੋਂ ਪਰਮੇਸ਼ਵਰ ਦਾ ਵਚਨ ਉਹਨਾਂ ਨੂੰ ਪੁੱਛਦਾ ਕਿ ਤੂੰ ਚੰਗਾ ਹੋਣਾ ਚਾਹੁੰਦਾ, ਕਹਿੰਦੇ ਨਹੀਂ, ਅਸੀਂ ਨਹੀਂ ਹੋਣਾ। ਕਰਕੇ ਉਹਨਾਂ ਨੂੰ ਲੱਗਦਾ ਜੇ ਮੈਂ ਆਹ ਕੰਮ ਛੱਡ ਦਿੱਤਾ ਫੇਰ ਕਿੱਦਾਂ ਹੋਣੀ, ਜੇ ਮੈਂ ਸੁਭਾਅ ਬਦਲ ਲਿਆ ਫੇਰ ਕਿੱਦਾਂ ਹੋਣੀ, ਮੈਂ ਵਿਚਾਰ ਦੇ ਬਿਨਾ ਨਹੀਂ ਰਹਿ ਸਕਦਾ, ਮੈਂ ਡਰੱਗ ਦੇ ਬਿਨਾ ਨਹੀਂ ਰਹਿ ਸਕਦਾ, ਮੈਂ ਲੜਾਈ ਦੇ ਬਿਨਾ ਨਹੀਂ ਰਹਿ ਸਕਦਾ, ਕੋਈ ਕੋਈ ਤੇ ਕਹਿੰਦੇ ਮੈਂ ਗਾਲਾਂ ਕੱਢਣੀਆਂ ਹੀ ਨਹੀਂ ਛੱਡ ਸਕਦਾ। ਤਾਂ ਉਹ ਜਦੋਂ ਪਰਮੇਸ਼ਵਰ ਉਹਨੂੰ ਪੁੱਛਦੇ ਆ ਕਿ ਤੂੰ ਚੰਗਾ ਹੋਣਾ ਚਾਹੁੰਦਾ, ਉਹ ਕਹਿੰਦੇ ਨਹੀਂ, ਠੀਕ ਆ, ਮੈਂ ਚੰਗੇ ਹੁੰਦਿਆਂ ਨੂੰ ਦੇਖਣਾ ਹੀ ਚਾਹੁੰਦਾ ਆ, ਬਸ ਮੈਂ ਇੱਥੇ ਤਲਾਅ ਦੇ ਕੰਢੇ ਬਹਿਣ ਹੀ ਆਇਆ ਆ, ਮੈਂ ਬਸ ਦੇਖਣਾ ਹੀ ਆ ਵੀ ਚੰਗੇ ਕਿੱਦਾਂ ਹੁੰਦੇ ਆ। ਬਹੁਤ ਸਾਰੇ ਆ ਜਿਹੜੇ ਉਸ ਤਾਲ ਦੇ ਕੰਢੇ, ਉਸ ਪੂਲ ਦੇ ਕੰਢੇ, ਉਸ ਤਲਾਬ ਦੇ, ਉਸ ਸੁੰਬ ਦੇ, ਉਸ ਚੋਬੇ ਦੇ ਕੰਢੇ ਤੇ ਬੈਠੇ ਆ, ਤੇ ਉਹ ਉਹਨਾਂ ਨੂੰ ਦੇਖੀ ਜਾਂਦੇ ਆ ਜਿਹੜੇ ਚੁੱਭੀਆਂ ਮਾਰ ਮਾਰ ਕੇ ਨਿਕਲਦੇ ਆ। ਅੱਗੇ ਕੀ ਲਿਖਿਆ ਆ? ਕਹਿੰਦਾ ਉਸ ਰੋਗੀ ਨੇ ਉਸ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾਂ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ, ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੈਥੋਂ ਅੱਗੇ ਉੱਤਰ ਪੈਂਦਾ ਹੈ। ਹੁਣ ਉਹਨੇ ਉੱਤਰ ਦਿੱਤਾ, ਕਹਿੰਦਾ ਮੇਰੀ ਹੈਲਪ ਕਰਨ ਵਾਲਾ ਕੋਈ ਨਹੀਂ ਆ। ਇਟ ਮੀਨ ਕਿ ਉਹ ਮਦਦ ਭਾਲਦਾ ਆ, ਉਹਨੂੰ ਮਦਦ ਦੀ ਜ਼ਰੂਰਤ ਆ ਔਰ ਉਹ ਮਦਦ ਭਾਲਦਾ ਵੀ ਆ। ਜਦੋਂ ਪ੍ਰਭੂ ਜੀ ਨੇ ਉਹਨੂੰ ਪੁੱਛਿਆ ਵੀ ਤੂੰ ਚੰਗਾ ਹੋਣਾ ਚਾਹੁੰਦਾ ਆ, ਉਹਨੇ ਏਦਾਂ ਨਹੀਂ ਕਿਹਾ ਹਾਂਜੀ, ਉਹਨੇ ਕਿਹਾ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਆ। ਸਾਨੂੰ ਵੀ ਜਦੋਂ ਕੋਈ ਕਵੇ ਤੂੰ ਫਲਾਨੀ ਆਦਤ ਬਦਲਣੀ ਆ, ਤੁਸੀਂ ਕਹਿੰਦਾ ਆਪੇ ਨਹੀਂ ਬਦਲ ਹੋਣੀ, ਕੋਈ ਮੈਨੂੰ ਮਦਦ ਕਰ ਦੇਵੇ ਨਾ, ਕੋਈ ਮੈਨੂੰ ਟੋਕੀ ਜਾਵੇ ਬਈ ਹੁਣ ਤੂੰ ਫੇਰ ਝੂਠ ਬੋਲਿਆ, ਬੋਲਣਾ ਨਹੀਂ, ਕੋਈ ਮੈਨੂੰ ਮੇਰੀਆਂ ਗਲਤੀਆਂ ਤੋਂ ਵਰਜੀ ਜਾਵੇ, ਫੇਰ ਭਾਵੇਂ ਬਦਲ ਜੂਗੀ, ਆਪੇ ਨਹੀਂ। ਤੇ ਇੱਥੇ ਉਹ ਕੀ ਕਹਿੰਦਾ? ਕਹਿੰਦਾ ਜਦੋਂ ਮੈਂ ਆਪੇ ਕੋਸ਼ਿਸ਼ ਕਰਦਾ ਆ, ਮੇਰੇ ਤੋਂ ਪਹਿਲਾਂ ਕੋਈ ਉਹਦੇ ਵਿੱਚ ਉਤਰ ਜਾਂਦਾ ਉਸ ਤਲਾਬ ਦੇ ਵਿੱਚ, ਤੇ ਮੈਂ ਫੇਰ ਪਿੱਛੇ ਰਹਿ ਜਾਂਦਾ। ਤੇ ਕਹਿੰਦਾ ਜਦੋਂ ਮੈਂ ਮੂਡ ਬਣਾਉਣਾ ਆ, ਜਦੋਂ ਮੈਂ ਐਫਰਟ ਲਾਉਣਾ ਆ, ਜਦੋਂ ਮੈਂ ਕੋਸ਼ਿਸ਼ ਕਰਦਾ ਆ, ਤੇ ਉੱਥੋਂ ਤੱਕ ਪਹੁੰਚ ਨਹੀਂ ਪਾਉਂਦਾ ਤੇ ਕੋਈ ਹੋਰ ਆਣ ਕੇ ਸ਼ਿਫਾ ਲੈ ਜਾਂਦਾ ਆ। ਏਦਾਂ ਹੀ ਸਾਡੇ ਨਾਲ ਹੁੰਦੀ ਆ। ਪਹਿਲਾਂ ਅਸੀਂ ਤੱਕਦੇ ਰਹਿੰਦੇ ਆ, ਕੋਈ ਮੇਰੇ ਲਈ ਦੁਆ ਕਰ ਦੇ, ਕੋਈ ਮੈਨੂੰ ਰਾਹ ਦੱਸ ਦੇ, ਕੋਈ ਮੈਨੂੰ ਲੈ ਕੇ ਜਾਵੇ, ਕੋਈ ਮੈਨੂੰ ਛੱਡ ਕੇ ਜਾਵੇ, ਮੈਂ ਆਪੇ ਕਿੱਦਾਂ ਜਾਊਂਗਾ, ਮੇਰੇ ਨਾਲ ਕੀ ਹੋਊਗਾ। ਤੇ ਜਦੋਂ ਥੱਕ ਹਾਰ ਕੇ ਤਿਆਰੀ ਬਣਦੀ ਆ ਬਈ ਮੈਂ ਆਪੇ ਹੀ ਚਲੇ ਜਾਣਾ ਆ, ਫਿਰ ਉਹ ਇੰਨਾ ਲੇਟ ਹੋ ਜਾਂਦਾ ਆ ਵੀ ਉਹ ਤੋਂ ਪਹਿਲਾਂ ਹੀ ਕੋਈ ਜਣਾ ਬਰਕਤ ਲੈ ਕੇ ਤੁਰ ਜਾਂਦਾ ਆ। ਇਹ ਤਾਂ ਫਿਜ਼ੀਕਲੀ ਡਿਸੇਬਲ ਆ, ਸਰੀਰਕ ਤੌਰ ਤੇ ਨਕਾਰਾ ਆ ਇਹ। ਪਰ ਅਸੀਂ ਸਰੀਰਕ ਤੌਰ ਤੇ ਚੰਗੇ ਹੋਣ ਦੇ ਬਾਵਜੂਦ ਵੀ ਉਸ ਤਲਾਬ ਦੇ ਵਿੱਚ ਨਹੀਂ ਉਤਰ ਪਾਉਂਦੇ। ਔਰ ਦੂਜੀ ਗੱਲ, ਕਿੰਨੇ ਸਾਲਾਂ ਤੋਂ ਉਹ ਤਲਾਬ ਦੇ ਕੰਢੇ ਤੇ ਬੈਠਾ ਆ, ਕਈ ਵਰਿਆਂ ਤੋਂ, ਔਰ ਵੇਟ ਕਰਦਾ ਕਿ ਕੋਈ ਮੈਨੂੰ ਉਤਾਰੇ। ਅਸੀਂ ਉਹਦੀ ਮਜਬੂਰੀ ਨੂੰ ਇੱਥੇ ਸਮਝ ਸਕਦੇ ਹਾਂ, ਦੇਖ ਸਕਦੇ ਇਸ ਸੀਨ ਦੇ ਵਿੱਚ। ਪਰ ਦੇਖੋ, ਤਲਾਬ ਦੇ ਕੰਢੇ ਤੇ ਬੈਠਣ ਦੇ ਨਾਲ ਉਹ ਚੰਗਾ ਨਹੀਂ ਹੋਇਆ, ਤਲਾਬ ਦੇ ਵਿੱਚ ਉਤਰਨ ਵਾਲੇ ਚੰਗੇ ਹੋ ਰਹੇ ਆ। ਹਾਲੇਲੂਇਆ। ਅੱਜ ਬਹੁਤ ਸਾਰੇ ਆ ਜਿਹੜੇ ਤਲਾਬ ਦੇ ਕੰਢੇ ਤੇ ਬੈਠੇ ਆ, ਉਹ ਆਏ ਤਾਂ ਹੈਗੇ ਆ ਪਰ ਉਹ ਪਹੁੰਚੇ ਨਹੀਂ ਆ। ਭਾਵ ਜਿਸਮਾਨੀ ਤੌਰ ਤੇ ਹਾਜ਼ਰ ਆ,
ਅਸਲੀਅਤ ਵਿੱਚ ਨਹੀਂ, ਰੂਹਾਨੀ ਤੌਰ ਤੇ ਨਹੀਂ, ਐਕਚੁਅਲ ਦੇ ਵਿੱਚ ਨਹੀਂ, ਹਕੀਕਤ ਦੇ ਵਿੱਚ ਨਹੀਂ। ਦੂਜੀ ਗੱਲ, ਯਿਸੂ ਯਿਸੂ ਕਹਿਣ ਦੇ ਨਾਲ ਕੁਛ ਨਹੀਂ ਹੋਣਾ। ਯਿਸੂ ਮਸੀਹ ਦੇ ਆਖੇ ਲੱਗਣਾ ਪੈਣਾ, ਫੇਰ ਜਾ ਕੇ ਗੱਲ ਬਣਨੀ ਸਿੱਧੇ ਤੇ ਸਪਸ਼ਟ ਅੱਖਰਾਂ ਦੇ ਵਿੱਚ। ਉਹ ਤਲਾਬ ਦੇ ਕੰਢੇ ਤੇ ਬੈਠਾ ਆ, ਐਨ ਉਦਾਂ ਜਿੱਦਾਂ ਆਪਾਂ ਬੰਦ ਕਰਕੇ ਬਾਈਬਲ ਪਰਸ ਵਿੱਚ ਪਾਈ ਫਿਰੀਏ ਤੇ ਫਿਰ ਅਸੀਂ ਕਹੀਏ ਵੀ ਪਰਮੇਸ਼ਵਰ ਦਾ ਵਚਨ ਮੈਨੂੰ ਨਰੋਇਆ ਕਰੇ। ਜੇ ਪਰਮੇਸ਼ਵਰ ਦਾ ਵਚਨ ਤੁਹਾਡੇ ਪਰਸ ਵਿੱਚ ਆ, ਤੁਸੀਂ ਨਰੋਏ ਨਹੀਂ ਹੋਣਾ। ਜੇ ਵਚਨ ਤੁਹਾਡੇ ਦਿਲ ਦੇ ਵਿੱਚ ਆ ਤੇ ਦਿਲ ਤੋਂ ਮੂੰਹ 'ਚ ਵੀ ਆਉਂਦਾ ਆ, ਫੇਰ ਤੁਸੀਂ ਨਰੋਏ ਹੋਣਾ ਆ। ਤਲਾਅ ਦੇ ਕੰਢੇ ਬਹਿਣ ਦੇ ਨਾਲ ਕੁਛ ਨਹੀਂ ਹੋਣਾ, ਤਲਾਅ ਦੇ ਵਿੱਚ ਉਤਰਨਾ ਪੈਣਾ ਆ। ਭਾਵ ਯਿਸੂ ਮਸੀਹ ਦਾ ਕਰੈਕਟਰਿਸਟਿਕ ਦੇਖਣ ਦੇ ਨਾਲ, ਉਹਦਾ ਰੂਪ ਚਿੱਤਰਣ ਦੇਖਣ ਦੇ ਨਾਲ ਕੁਛ ਨਹੀਂ ਹੋਣਾ, ਪਰ ਉਹਦੇ ਅੰਦਰ ਸਾਨੂੰ ਵੜਨਾ ਪੈਣਾ ਆ। ਯਿਸੂ ਮਸੀਹ ਦੇ ਅੰਦਰ ਸਾਨੂੰ ਜਾਣਾ ਪੈਣਾ ਆ, ਫੇਰ ਜਾ ਕੇ ਸਾਨੂੰ ਹੀਲਿੰਗ ਮਿਲਣੀ ਆ, ਜਿਸਮਾਨੀ ਵੀ ਤੇ ਰੂਹਾਨੀ ਵੀ। ਹਾਲੇਲੂਇਆ। ਔਰ ਇੱਥੇ ਅਸੀਂ ਕੀ ਦੇਖਦੇ ਆ? ਉਹ ਮਦਦ ਭਾਲਦਾ ਆ, ਪਰ ਇੱਕ ਵੱਡੀ ਗੱਲ ਆ, ਮਦਦ ਨਾ ਮਿਲਣ ਦੇ ਬਾਵਜੂਦ ਵੀ ਉਹ ਵਾਪਸ ਨਹੀਂ ਗਿਆ। ਉਹ ਡਿਸਅਪੁਆਇੰਟ ਨਹੀਂ ਹੋਇਆ, ਨਿਰਾਸ਼ ਨਹੀਂ ਹੋਇਆ ਬਈ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ, ਚੱਲ ਹੁਣ ਇਦਾਂ ਕਰਦੇ ਵੀ ਰਿੜ ਕੇ ਆਪਣੇ ਘਰ ਨੂੰ ਹੀ ਚੱਲ ਜਾਈਏ ਜਾਂ ਰਾਹ ਦੇ ਵਿੱਚ ਕਿਤੇ ਬਹਿ ਜਾਈਏ, ਕੋਈ ਮੰਗਣ ਦਾ ਕੰਮ ਸ਼ੁਰੂ ਕਰ ਲੈਨੇ ਆ। ਪਰ ਉੱਥੇ ਹੀ ਬੈਠਾ ਰਹਿੰਦਾ ਆ ਉਹ। ਅਸੀਂ ਕੀ ਕਰਦੇ ਆ? ਜਦੋਂ ਸਾਨੂੰ ਮਦਦ ਨਹੀਂ ਮਿਲਦੀ ਉਦਾਂ ਦੀ ਜਿੱਦਾਂ ਦੀ ਅਸੀਂ ਚਾਹੁੰਦੇ ਆ, ਜ਼ਰੂਰੀ ਨਹੀਂ ਆ ਕਿ ਜਿੱਦਾਂ ਦੀ ਅਸੀਂ ਚਾਹੀਏ ਉਦਾਂ ਹੀ ਮਿਲੇ। ਜਿੱਦਾਂ ਦੀ ਤਾਂ ਮੌਤ ਮਨੁੱਖ ਮੰਗਦਾ ਉਹ ਨਹੀਂ ਮਿਲਦੀ, ਇਹ ਤਾਂ ਫੇਰ ਇੱਕ ਚਾਹਤ ਆ ਚੰਗੇ ਹੋਣ ਦੀ। ਜ਼ਰੂਰੀ ਨਹੀਂ ਆ ਕਿ ਜਿੱਦਾਂ ਦੀ ਮਦਦ ਅਸੀਂ ਭਾਲਦੇ ਆ ਉਦਾਂ ਹੀ ਮਿਲੇ। ਪਰਮੇਸ਼ਵਰ ਜੀ ਦੇ ਰਾਹ ਨਿਆਰੇ, ਉਹ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਚੰਗਿਆਂ ਕਰ ਸਕਦੇ ਆ। ਹਾਲੇਲੂਇਆ। ਹੋ ਸਕਦਾ ਅੱਜ ਇੱਥੇ ਪ੍ਰਾਰਥਨਾ ਹੋਏ ਤੁਸੀਂ ਇਨਸਟੈਂਟ ਹੀਲ ਹੋ ਜਾਵੋ, ਹੋ ਸਕਦਾ ਇੱਥੇ ਤੁਸੀਂ ਹੀਲ ਨਾ ਹੋਵੋ ਤੇ ਰਾਤ ਨੂੰ ਜਦੋਂ ਜਾ ਕੇ ਸੌਣਾ, ਸਵੇਰ ਨੂੰ ਉੱਠੋ ਤਾਂ ਤੁਸੀਂ ਨਵੇਂ ਨਰੋਏ ਉੱਠੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹੋ ਸਕਦਾ ਕਈਆਂ ਦੀ ਹੀਲਿੰਗ ਦਾ ਪ੍ਰੋਸੈਸ ਸ਼ੁਰੂ ਹੋ ਜਾਏ ਤੇ 1 ਮਹੀਨੇ ਦੇ ਵਿੱਚ ਉਹ ਹੀਲ ਹੋ ਜਾਣ। ਇਟਸ ਆਲ ਅਪ ਟੂ ਗॉड। ਇਹ ਸਾਰਾ ਪਰਮੇਸ਼ਵਰ ਤੇ ਨਿਰਭਰ ਕਰਦਾ ਆ। ਕਈ ਵਾਰੀ ਸਾਨੂੰ ਉਦਾਂ ਦੀ ਮਦਦ ਨਹੀਂ ਮਿਲਦੀ ਜਿੱਦਾਂ ਦੀ ਅਸੀਂ ਚਾਹੁੰਦੇ ਆ, ਪਰ ਪਰਮੇਸ਼ਵਰ ਜੀ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ ਮਦਦ ਕਰ ਸਕਦੇ ਆ। ਪਰ ਇੱਥੇ ਅਸੀਂ ਦੇਖਦੇ ਆ ਕਿ ਅਸੀਂ ਨਿਰਾਸ਼ ਨਹੀਂ ਹੋਣਾ। ਉਹ ਕਈ ਵਰਿਆਂ ਤੋਂ ਬੈਠਾ ਆ, ਕਈ ਜਣੇ ਸਾਲ ਪਿੱਛੋਂ ਹੀ ਕਹਿ ਦਿੰਦੇ ਆ ਜੀ ਅਸੀਂ ਨਹੀਂ ਆਉਣਾ, ਅਸੀਂ ਨਹੀਂ ਮੰਨਣਾ, ਅਸੀਂ ਨਹੀਂ ਮੰਨਦੇ ਕਿ ਸੱਚੀ ਯਿਸੂ ਮਸੀਹ ਪਰਮੇਸ਼ਵਰ ਆ ਜੋ ਕੁਛ ਕਰ ਸਕਦੇ ਆ। ਉਹ ਬੈਕਸਲਾਈਡ ਹੋ ਜਾਂਦੇ ਆ, ਪਿੱਛੇ ਮੁੜ ਜਾਂਦੇ ਆ। ਜਾਂ ਤਾਂ ਬਣੇ ਰਹੋ ਜਾਂ ਫਿਰ ਆਪਣਾ ਸਬਰ ਇੰਨਾ ਵੱਡਾ ਕਰ ਲਵੋ ਕਿ ਤੁਹਾਡਾ ਸਬਰ ਦੇਖ ਕੇ ਪਰਮੇਸ਼ਵਰ ਆਪਣੇ ਸਿੰਘਾਸਨ ਨੂੰ ਛੱਡ ਕੇ ਤੁਹਾਡੀ ਮਦਦ ਦੇ ਲਈ ਆਪ ਆ ਜਾਣ। ਕਹਿੰਦਾ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾ ਦਾ ਇੰਤਜ਼ਾਰ ਕਰਦਾ ਆ। ਇੱਥੇ ਕੀ ਹੋਇਆ? ਇਹਦਾ ਸਬਰ ਵੱਡਾ ਆ ਔਰ ਇਹਦੀ ਮਦਦ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਆਪ ਉੱਥੇ ਪਹੁੰਚ ਗਏ ਆ। ਸਾਡਾ ਵੀ ਸਬਰ ਇੰਨਾ ਵੱਡਾ ਹੋਣਾ ਚਾਹੀਦਾ ਆ ਕਿ ਨੋ ਪ੍ਰੋਬਲਮ, ਜੇ ਇਹ ਸੰਡੇ ਨਹੀਂ ਜਾਂ ਮੰਡੇ ਨਹੀਂ, ਟਿਊਜ਼ਡੇ ਨਹੀਂ, ਘਰ ਵਿੱਚ ਨਹੀਂ ਹੋਇਆ, ਚਰਚ ਵਿੱਚ ਨਹੀਂ ਹੋਇਆ, ਸੋ ਵਟ, ਪਰਮੇਸ਼ਵਰ ਤਾਂ ਮੌਜੂਦ ਆ। ਉਹਨੇ ਕਿਹਾ ਕੱਲ ਅੱਜ ਤੇ ਯੁੱਗ ਦੇ ਅੰਤ ਤੀਕਰ ਮੈਂ ਇੱਕੋ ਜਿਹਾ ਆ। ਮੈਂ ਹਾਂ ਜੋ ਹਾਂ ਤੇ ਮੈਂ ਯੁੱਗ ਦੇ ਅੰਤ ਤੀਕਰ ਰਹਾਂਗਾ ਤੇ ਉਹ ਮੌਜੂਦ ਆ, ਉਹ ਖਤਮ ਨਹੀਂ ਹੋਇਆ। ਫੇਰ ਕੀ ਹੋਇਆ? ਜੇ ਮੈਂ ਅੱਜ ਚੰਗਾ ਨਹੀਂ ਹੋਇਆ ਤੇ ਉਹ ਮੈਨੂੰ ਕੱਲ ਨੂੰ ਕਰ ਦੇਗਾ, ਕੱਲ ਨੂੰ ਨਹੀਂ ਤੇ ਪਰਸੋਂ ਨੂੰ ਕਰ ਦੇਗਾ, ਪਰ ਉਹ ਡੈਫੀਨੇਟਲੀ ਕਰੇਗਾ ਔਰ ਮੈਂ ਉਦੋਂ ਤੱਕ ਇੰਤਜ਼ਾਰ ਕਰਾਂਗਾ ਜਦ ਤੱਕ ਉਹ ਮੈਨੂੰ ਚੰਗਾ ਨਹੀਂ ਕਰ ਦਿੰਦਾ, ਪਰ ਮੈਂ ਚੰਗਾ ਹੋਵਾਂਗਾ। ਹਾਲੇਲੂਇਆ। ਸਾਡਾ ਸਬਰ ਵੱਡਾ ਹੋਣਾ ਚਾਹੀਦਾ, ਸਾਡਾ ਇੰਤਜ਼ਾਰ ਵੱਡਾ ਹੋਣਾ ਚਾਹੀਦਾ, ਸਾਨੂੰ ਕਾਹਲਿਆ ਨਹੀਂ ਪੈਣਾ। ਔਰ ਇੱਥੇ ਇਹਦਾ ਸਬਰ ਵੱਡਾ ਸੀ, ਇਹਦਾ ਇੰਤਜ਼ਾਰ ਵੱਡਾ ਸੀਗਾ ਔਰ ਇਹਦੀ ਮਦਦ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਆਪ ਪਹੁੰਚ ਗਏ। ਔਰ ਕਹਿੰਦਾ ਯਿਸੂ ਨੇ ਉਹਨੂੰ ਆਖਿਆ
उठ अपनी मंजी चुक के तुर पाओ। हुण ओनू यसू मसीह जी ने यह नहीं कहा आ जा तेरा हथ फड़ के तेनू मैं ताल चला देवां। हालांकि इत्थे जिहड़ा सीन आ उहदे च आपां इदां ही देखदे आ बई उत्थे पानी च उतरना पैंदा ते फिर शिफा मिलदी आ। पर इत्थे प्रभु यीशु मसीह जी नूं जदों उन्हें कहा मेरी हैल्प करने वाला कोई नहीं, प्रभु यीशु मसीह जी ने यह नहीं कहा आ जा तेरी हैल्प कर देवां तेनू पानी चला देवां। पर प्रभु यीशु मसीह जी ने उन्होंने की कहा, कहंदा उठ अपनी मंजी चुक के तुर पो। ते वचन दे विच की लिखिया आ, कहंदा अते उवें ओ मनुख चंगा हो गया अते अपनी मंजी चुक के तुरन लगा। हालेलुया। उसे घड़ी ओ मनुख चंगा हो गया ते ओ अपनी कॉट चुक के अपनी मंजी चुक के अपना मैट चुक के अपना बिस्तरा चक के ओह तुरन लग पिया, ओ तुर पिया। जदों साडा सबर वड्डा आ, जदों साडी नेचर वड्डी आ, साडी प्रतीत वड्डी आ, साडा फेथ वड्डा आ, उदों साडे लई परमेश्वर आप मदद लई आ जांदे आ। दाऊद तां ही कहंदा मेरी मदद लई रब आप आउंदा आ। हालेलुया। क्यों आप आउंदा? क्योंकि उन्हें अपनियां अखां परमेश्वर वाल नूं लाईयां होईयां आ और उन्हें वड्डा सबर रखिया आ और वो जानदा आ कि मेरा परमेश्वर मेरे लिए सब कुछ करन दी ताकत रखदा आ। अज भी जिन्ने जने दाऊद दे वांगा इन्हां गल्लां नूं अपने मन दे विच वसा लैण और उन्हां दे उत्ते मनन करन, चित ला लैण तां की होना आ, उन्हां दे लई उदां ही हो जाना आ जिद्दां दा विश्वास वो लैके आए आ। हालेलुया। तां जो परमेश्वर जी आप तुहानूं आके छू लैण अते तुसीं चंगे हो जावो। तां इत्थे उहनूं पानी विच जाण दी काहते जरूरत नहीं पई, क्योंकि वो पानी वो जीवन जल जिहदे विचों जीवन दियां नदियां वहंदियां उन्हें ही उहनूं आण के कह दिता कहंदा चंगा हो ते मंजी चुक के तुर पा। ते की होया? उदां ही वो चंगा हो गया ते वो तुर पिया। हुण इत्थे एक होर चीज आ, उन्हें इदां नहीं कहा कि गुरु प्रभु 38 सालां तो मैं जुड़िया पिया, मेरे तो तां एक पैर नहीं सी तुर हुंदा, पता नहीं मेरे खरिया गोडे ही बिंगे ना हो गए होण, भला लत्तां सीधियां करके देखा। 4 दिन प्लस्तर लगा होवे ना ते फिर भी फौड़ी लैके तोड़दे आ, कहना इदां हो गई लत्त। ते 38 सालां तो पिया उत्थे। पर उन्हें की कीता आ? पहला एक्ट किया फिर उन्हें चेक किया। पहला वो आखे लग गया या फिर ओदी शिफा ओदे ते ज़ाहिर हो गई आ। साडे लिए भी जदों प्रार्थना हो जाए, जदों तुहाडे लिए वर्ड प्रोक्लेम कर दिता गया, तुहाडे लिए ऐलान कर दिता गया, तुहाडे लिए शिफा बोल दी गई, डिक्लेयर कर दी गई, तो उसे घड़ी तुसी की मनना आ? असीं चंगे हो गए हैं। हालेलुया। मनण लई जोर नहीं लगता और यह कोई साइकोफैक्ट नहीं हैगा। इदां नहीं आ भी दिमागी तौर पर तुहानूं प्रिपेयर किया जा रहा है। वचन इदां दसदा, इसलिए तुहानूं इदां ही दस्सिया जांदा है। जदों तुसीं यकीन करना उदों होना है। इत्थे भी उस बंदे ने, उस रोगी ने यकीन कर लिया या कि प्रभु ने कह दिता या। तुसी सोचो, पता नहीं वो जानता भी होना प्रभु यीशु मसीह नूं कि नहीं जानता होना, करके इत्थे उन्हां दी कोई लंबी बातचीत नहीं दसी गई, गलबात नहीं दसी गई। बस प्रभु यीशु मसीह जी ने उन्होंने आण के पूछया भी तू चंगा होना चाहना। उन्हें अपनी प्रॉब्लम दसी तो प्रभु यीशु मसीह जी ने ओदी हीलिंग जिहड़ी वो बोल दी तो वो चंगा हो गया। तुसी सोचो, एक मनुख नूं कह दिता, हालांकि प्रभु यीशु मसीह आप परमेश्वर, पर उस वेले एक जिसम दे विच आ और दूजे मनुख दे अंदर कितना वड्डा फेथ कि उन्हें यकीन कर लिया कि इन्हें मेरी हीलिंग बोल दी है तो मैं हो गया हाँ। हालेलुया। सो कई बारी सानू इदां ही लगता है बई ये तो स्टेज तो बोलिया गया या इत्थे 10,000 बंदा बैठा आ, पता नहीं कहदे लई होना, की पता मेरे लिए हैगा कि नहीं हैगा। जे तुहानू पता नहीं फिर तुहाडे लई नहीं हैगा, जे तुहानू पता लग गया तुहाडे लई फिर तुहाडे लई है। हालेलुया।
ਇੱਥੋਂ ਬਹੁਤ ਵਾਰੀ ਬੋਲਿਆ ਜਾਂਦਾ ਆ ਤੁਹਾਡੀਆਂ ਸਿਕਨੈਸ ਤੁਹਾਨੂੰ ਜਿਹੜੀਆਂ ਛੱਡ ਕੇ ਜਾ ਰਹੀਆਂ ਆ, ਤੁਸੀਂ ਹੀਲ ਹੋ ਰਹੇ ਆ, ਤੁਹਾਡੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ, ਤੁਸੀਂ ਚੰਗੇ ਹੋ ਰਹੇ ਆ। ਤੁਸੀਂ ਅਗਲੇ ਐਤਵਾਰ ਨੂੰ ਫੇਰ ਆਣ ਕੇ ਢਿੱਡ ਫੜਿਆ ਹੁੰਦਾ ਵੀ ਦੁਖਣੋਂ ਨਹੀਂ ਹਟਿਆ। ਕਾਹਤੇ? ਉਹਦੇ ਕੁਝ ਰੀਜ਼ਨ ਹੋ ਸਕਦੇ ਆ ਜੇ ਤੁਸੀਂ ਰਿਸੀਵ ਕੀਤਾ ਆ, ਪਰ ਜੇ ਤੁਸੀਂ ਰਿਸੀਵ ਹੀ ਨਹੀਂ ਕੀਤਾ ਉਹਦਾ ਰੀਜ਼ਨ ਹੀ ਇਹ ਆ, ਉਦੋਂ ਹੀ ਲੈ ਲਵੋ। ਆਫਟਰ ਆਲ ਪਰਮੇਸ਼ਵਰ ਦੇ ਜਨ ਨੇ, ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੇ ਮੁਕਤੀ ਦਾਤਾ, ਸਾਡੇ ਤਾਰਨਹਾਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਵਰਡ ਬੋਲਿਆ ਕਿ ਤੁਸੀਂ ਚੰਗੇ ਹੋ ਰਹੇ ਹੋ। ਉਦੋਂ ਹੀ ਉਸ ਚੰਗਿਆਈ ਨੂੰ ਫੜ ਲਓ। ਬਹੁਤ ਸਾਰੇ ਲੋਕ ਉਹ ਪ੍ਰਾਰਥਨਾ ਦੇ ਸਮੇਂ ਵਿੱਚ ਹਾਜ਼ਰ ਨਹੀਂ ਹੁੰਦੇ। ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੇ ਨਹੀਂ ਹੁੰਦੇ, ਤੁਹਾਡੇ ਜਿਸਮ ਤਾਂ ਇੱਥੇ ਹੁੰਦੇ ਆ ਪਰ ਤੁਹਾਡਾ ਮਨ ਇੱਥੇ ਨਹੀਂ ਹੁੰਦਾ। ਸਵੇਰ ਤੋਂ ਤੁਸੀਂ ਕਹਿ ਰਹੇ ਹੁੰਦੇ ਆ ਮੇਰਾ ਸਿਰ ਦੁਖਦਾ, ਮੈਨੂੰ ਮਾਈਗ੍ਰੇਨ ਆ, ਮੈਨੂੰ ਫਲਾਨੀ ਪ੍ਰੋਬਲਮ ਆ, ਸਰਵਾਈਕਲ ਆ ਕਿਸੇ ਨੂੰ, ਜਾਂ ਹੋਰ ਬਲਾ ਬਲਾ ਕਈ ਚੀਜ਼ਾਂ ਹੋ ਸਕਦੀਆਂ। ਪਰ ਜਦੋਂ ਹੀਲਿੰਗ ਦੀ ਪ੍ਰੇਅਰ ਆਉਣੀ ਆ ਤੁਸੀਂ ਖੜੇ ਆ ਪਰ ਫਿਰ ਵੀ ਤੁਸੀਂ ਚੌਂਕੜੇ 'ਚ ਹੀ ਆ, ਭਾਵ ਫਿਰ ਵੀ ਤੁਸੀਂ ਦਲਿੱਦਰ 'ਚ ਹੀ ਆ। ਤੁਸੀਂ ਅਲਰਟ ਨਹੀਂ ਹੁੰਦੇ ਕਿ ਜਿੱਦਾਂ ਹੀ ਮੇਰੀ ਸ਼ਿਫਾ ਦਾ ਵਰਡ ਬੋਲਿਆ ਗਿਆ ਮੈਂ ਉਹਨੂੰ ਕੈਚ ਕਰਨਾ। ਇੱਕ ਅੱਛੇ ਕੀਪਰ ਦੇ ਵਾਂਗ ਤੁਹਾਨੂੰ ਜਿਹੜਾ ਆ ਨਾ ਉਹ ਵਰਡ ਕੈਚ ਕਰਨਾ ਚਾਹੀਦਾ ਆ। ਜਿਹੜੇ ਕ੍ਰਿਕਟ ਮੈਚ ਦੇਖਦੇ ਆ ਉਹ ਸਮਝ ਸਕਦੇ ਉਸ ਚੀਜ਼ ਨੂੰ ਕਿ ਜਦੋਂ ਚੌਕੇ ਛੱਕੇ ਮਾਰੀ ਜਾਂਦੇ ਆ ਤਾਂ ਜਿਹੜੇ ਉਹ ਬਾਲ ਕੈਚ ਕਰਨ ਵਾਲੇ ਹੁੰਦੇ ਉਹ ਕਿੰਨੇ ਅਲਰਟ ਹੁੰਦੇ ਆ। ਉਹ ਦੇਖਦੇ ਨਹੀਂ ਸਾਡੀਆਂ ਕੂਣੀਆਂ ਭੱਜਣੀਆਂ, ਗੋਡੇ ਭੱਜਣੇ, ਬਸ ਉਹ ਛਾਲ ਮਾਰ ਕੇ ਬਾਲ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਕਿ ਕਿਤੇ ਗਵਾਚ ਨਾ ਜਾਏ। ਸਾਨੂੰ ਉਹਨਾਂ ਦੇ ਵਾਂਗ ਹੋਣਾ ਆ, ਸਾਨੂੰ ਉਦਾਂ ਹੀ ਕੈਚ ਕਰਨੇ ਆ ਸਾਡੀ ਬਲੈਸਿੰਗ ਦੇ ਵਰਡ, ਸਾਡੀ ਸ਼ਿਫਾ ਦੇ ਵਰਡ, ਸਾਡੀ ਨਜ਼ਾਤ ਦੇ ਅੱਖਰ, ਸਾਡੇ ਛੁਟਕਾਰੇ ਦੇ ਅੱਖਰ, ਕਿ ਨਿਕਲ ਨਾ ਜਾਏ। ਬਸ ਜੇ ਕਹਿ ਦਿੱਤਾ ਤੁਹਾਡੇ ਘਰ ਬਰਕਤਾਂ ਨਾਲ ਭਰ ਰਿਹਾ, ਬਸ ਮੈਂ ਫੜ ਲਿਆ, ਮੇਰਾ ਘਰ ਭਰ ਰਿਹਾ। ਤੁਸੀਂ ਚੰਗੇ ਹੋ ਰਹੇ, ਮੈਂ ਚੰਗਾ ਹੋ ਰਿਹਾ। ਤੁਹਾਡੇ ਬੱਚੇ ਚੰਗੇ ਹੋ ਰਹੇ, ਮੇਰੇ ਬੱਚੇ ਚੰਗੇ ਹੋ ਰਹੇ। ਤੁਹਾਨੂੰ ਖੁਸ਼ੀ ਦੀ ਖਬਰ ਮਿਲ ਰਹੀ, ਮੈਨੂੰ ਖੁਸ਼ੀ ਦੀ ਖਬਰ ਮਿਲ ਰਹੀ। ਬਸ ਐਵਰੀ ਵਰਡ ਹਰ ਇੱਕ ਬੰਦਾ ਕੈਚ ਕਰੇ। ਔਰ ਜਦੋਂ ਤੁਸੀਂ ਕੈਚ ਕਰ ਲਿਆ, ਉਹਨੂੰ ਰਿਸੀਵ ਕਰ ਲਿਆ, ਯਿਸੂ ਦੇ ਨਾਮ ਵਿੱਚ ਬੋਲਿਆ ਗਿਆ ਤੇ ਯਿਸੂ ਦੇ ਨਾਮ ਵਿੱਚ ਤੁਸੀਂ ਫੜ ਲਿਆ, ਕੰਮ ਕਿੱਦਾਂ ਨਾ ਹੋਊਗਾ? ਕਿੱਦਾਂ ਨਾ ਚੰਗੇ ਹੋਵੋਗੇ ਤੁਸੀਂ? ਕਿੱਦਾਂ ਨਾ ਖੁਸ਼ੀਆਂ ਪੈਰ ਚੁੰਮਣਗੀਆਂ ਤੁਹਾਡੇ? ਕਿੱਦਾਂ ਨਾ ਤੁਸੀਂ ਤਰੱਕੀਆਂ ਕਰੋਗੇ? ਕਿਉਂ ਲਾਚਾਰ ਆ? ਕਰਕੇ ਸੁੱਤੇ ਹੋਏ ਆ। ਆਲਸੀ ਮਨੁੱਖ ਤਾਂ ਰੋਟੀ ਤੋਂ ਵੀ ਭੁੱਖਾ ਰਹਿ ਜਾਂਦਾ। ਇਹ ਤਾਂ ਸ਼ਿਫਾ, ਚੰਗਿਆਈ ਔਰ ਅਲੌਕਿਕ ਗੱਲਾਂ ਆ। ਇਹ ਤਾਂ ਉਹ ਚੀਜ਼ਾਂ ਆ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ। ਦਲਿੱਦਰੀ ਤਾਂ ਸਾਹਮਣੇ ਪਿਆ ਵੀ ਨਹੀਂ ਚੱਕ ਕੇ ਖਾ ਸਕਦਾ। ਇਸ ਲਈ ਤਾਂ ਹੀ ਵਚਨ ਦੇ ਵਿੱਚ ਲਿਖਿਆ, ਕਹਿੰਦਾ ਮੈਨੂੰ ਢਿੱਲੇ ਹੱਥ ਤੇ ਭਿੜਦੇ ਗੋਡੇ ਪਸੰਦ ਨਹੀਂ ਆ। ਉਹਨੂੰ ਆਲਸੀ ਮਨੁੱਖ ਪਸੰਦ ਨਹੀਂ ਆ। ਬਈ ਚੱਲ ਕੋਈ ਨਹੀਂ, ਜੇ ਐਤਕੀ ਨਹੀਂ ਹੋਇਆ ਤੇ ਅਗਲੀ ਵਾਰ ਕਿਹੜਾ ਪਾਸਟਰ ਜੀ ਨੇ ਪ੍ਰਾਰਥਨਾ ਨਹੀਂ ਕਰਨੀ, ਅਗਲੀ ਵਾਰੀ 'ਚ ਚੰਗੇ ਹੋ ਜਾਵਾਂਗੇ। ਐਤਕੀ ਕਾਹਤੇ ਨਹੀਂ ਤੁਸੀਂ ਕੈਚ ਕਰਨੀ? ਐਤਕੀ ਕਿਉਂ ਨਹੀਂ ਰਿਸੀਵ ਕਰਨੀ? ਚੱਕਰ ਕੀ ਆ? ਜਾਂ ਤੁਸੀਂ ਦੇਖਣ ਹੀ ਆਏ ਆ ਸੀਨ ਵੀ ਤਲਾਅ 'ਚ ਉਤਰਦਾ ਕੌਣ ਆ ਤੇ ਚੰਗਾ ਕਿੱਦਾਂ ਹੁੰਦਾ ਆ। ਮੈਚ ਦੇਖਣ ਵਾਲੇ ਘਰਾਂ ਨੂੰ ਮੁੜ ਜਾਂਦੇ ਤੇ ਜਿੱਤਣ ਵਾਲੇ ਟਰਾਫੀਆਂ ਲੈ ਕੇ ਜਾਂਦੇ ਆ। ਹਾਲੇਲੂਇਆ। ਤੇ ਤੁਸੀਂ ਮੈਚ ਦੇਖਣ ਵਾਲੇ ਨਹੀਂ ਬਣਨਾ, ਟਰਾਫੀ ਜਿੱਤਣ ਵਾਲੇ ਬਣਨਾ। ਹਾਲੇਲੂਇਆ। ਕਹਿੰਦਾ ਜਿਹੜਾ ਜਿੱਤੂਗਾ ਉਹਨੂੰ ਜੀਵਨ ਦਾ ਮੁਕਟ ਪ੍ਰਾਪਤ ਹੋਣਾ ਆ। ਹਾਲੇਲੂਇਆ। ਸੋ ਆਓ ਆਪਾਂ ਦੇਖਦੇ ਹਾਂ 14 ਨੰਬਰ ਵਰਸ ਦੇ ਵਿੱਚ। ਇਹਦੇ ਪਿੱਛੋਂ ਯਿਸੂ ਉਹਨੂੰ ਹੈਕਲ ਵਿੱਚ ਮਿਲਿਆ ਅਤੇ ਉਹਨੂੰ ਕਿਹਾ, ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫੇਰ ਪਾਪ ਨਾ ਕਰੀ, ਕਿਤੇ ਉਹ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਬਿਪਤਾ ਤੇਰੇ ਉੱਤੇ ਆ ਪਵੇ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਜੀ ਪਤਾ ਨਹੀਂ ਹਰ ਰੋਜ਼ ਕਿੰਨੇ ਮਿਰਕਲਸ ਕਰਦੇ ਸੀਗੇ, ਕਿੰਨੀਆਂ ਹੀਲਿੰਗਸ ਕਰਦੇ ਸੀਗੇ, ਕਿੰਨੀਆਂ ਡਿਲੀਵਰੈਂਸ ਕਰਦੇ ਸੀਗੇ, ਭਾਵ ਕਿੰਨੇ ਅਚੰਭੇ ਕੰਮ ਕਰਦੇ ਸੀ, ਕਿੰਨੇ ਰੋਗੀਆਂ ਨੂੰ ਸ਼ਿਫਾ ਦਿੰਦੇ ਸੀਗੇ ਤੇ ਕਿੰਨਿਆਂ ਨੂੰ ਜਕੜਿਆਂ ਨੂੰ ਆਜ਼ਾਦ ਕਰਦੇ ਸੀਗੇ। ਪਰ ਫਿਰ ਵੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਉਹ ਬੰਦਾ ਹੈਕਲ ਵਿੱਚ ਮਿਲਿਆ ਤਾਂ ਪ੍ਰਭੂ ਯਿਸੂ ਜੀ ਨੇ ਉਹਨੂੰ ਝੱਟ ਪਛਾਣ ਲਿਆ। ਇੱਥੇ ਇਦਾਂ ਨਹੀਂ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਉਹਨੂੰ ਪੁੱਛਿਆ, ਭਲਾ ਤੂੰ ਉਹ ਨਹੀਂ ਆ ਉਹ ਜਿਹੜਾ ਤੂੰ ਬੈਤਸਦਾ ਦੇ ਕੰਢੇ ਤੇ ਬੈਠਾ ਹੁੰਦਾ ਸੀ, ਜਿਹਨੂੰ ਮੈਂ ਚੰਗਿਆ ਕੀਤਾ ਸੀਗਾ? ਨੋ,
प्रभु यीशु मसीह जी ने इत्थे की कहा, कहंदा इहदे पिछों यीशु ओनू हैकल च मिलिया, इन बिटवीन नहीं मिले। कहंदा इहदे पिछों भाव उस वाक्या तो बाद जो हैकल दे विच ही मिले, की पता किन्ने चिर बाद मिले होणगे। और कहंदे ओनू क्या, वेख हुण तू चंगा हो गया आ, फिर पाप ना करी। ओनू ओने की लैसन दिता, कहंदा तू शिफा पा ली आ, हुण तू पाप ना करी। भला चंगियाई दे नाल पाप दा की चक्कर आ? बई वो जुड़िया सीगा, तो तुर नहीं हुंदा सी। प्रभु जी नूं तां इदां कहना चाहिदा सीगा ना, बई देख ला हुण तेरे हड्ड गोडे चल पे, हुण बाए चीज़ां ना खाई, हुण गर्म चीज़ां खाया करी, पिन्नियां पुन्नियां खाई। सियाला नूं 2 रजाइयां लैके तू निग च रहना आ, पट्टियां पुट्टियां बन के रखनियां, लत्तां नूं ठंड ना लग जे। पर प्रभु यीशु मसीह जी ने उहनूं की कहा, कहंदा हुण तू चंगा हो गया, ऐदों गाहां नूं पाप ना करी। ਇਹਦਾ मतलब ਉਹਦੀ बीमारी की सी? पाप सी, पाप दा करके सी। और इत्थों सानू पता लगदा साडे दुखां दी वजह की आ? पाप आ। साडियां बीमारियां दी वजह की आ? पाप आ। साडी लाचारी दी वजह की आ? पाप आ। इसलिए जख्म नूं उत्तों ही सुकाउण दी कोशिश ना करो, ओनू जड़ तो चंगिया करन दी कोशिश करो। बहुत सारे डॉक्टर्स आ वो टैंपरेरीली दवाइयां दे देंदे आ, फर्जी तौर पर दवाइयां दे देंदे आ। उन्होंने तुहाडा नक वगदा बंद करना है तो फिर लूज मोशन स्टार्ट हो जाने हैं, दस्त लग जाने हैं, दस्त बंद करने वॉमिट्स स्टार्ट हो जानियां। सो की है, दूए पासे नूं बीमारी चले जाती, होर तरीके नाल काम करन लग जाती है। सानू इदां लगदा हुण मेरी फलानी बीमारी ठीक हो गई, आ मैनू नवीं लगी। नवीं कोई नहीं लगी, उन्हें रूप बदल लिया आ। इदां ही आ, असीं फर्जी तौर ते चंगिया होना चाहुंदे, हकीकी तौर ते नहीं। सानू लगदा साडे जोड़ दुखने बंद हो जाण, साडियां अखां ठीक हो जाण, पर असीं कातों जोड़ दुखदे आ, कातों अखां तो दींदा नहीं आ, चक्कर की आ, घर च लड़ाइयां कातों रहिंदियां, सिर पाड़न नूं काते फिरदे आ? क्यों ना असीं उस वजह नूं फड़ लईए, क्यों ना तेजाब ओहदियां जड़ां दे विच पाईए ते ओह हमेशा लई खत्म हो जाए, जे इस जड़ तो बुरियां चीज़ां फुटदियां आ। इसलिए इत्थे यीशु मसीह जी ने उहनूं की कहा, कहंदा वेख तू चंगिया हो गया आ, ऐदों गाहां नूं पाप ना करी। असल वजह साडी जिंदगी दे विच दुखां दी पाप आ। और सानू अज वचन यही कहंदा अगाहां नूं पाप ना करी। पर जे चंगे होण दे बाद च पाप कीता ते फिर उन्हें बाकी अगला फार्मूला पूरा सुनना, कहंदा अधूरा ज्ञान खतरनाक हुंदा। कहंदा किते इउं ना होवे जो ऐस नालों भी कोई बुरी विपता तेरे उत्ते आ पवे। जे हुण सारा कुछ समझ के सिख के चंगियाई लैके सारा हाल चाल टेस्टिमनीज दे के एवरीथिंग करके बैपटिज्म लैके फिर पाप कर लिया, तो फिर की कहंदा फिर ऐदों जिन्ने पहले दुखी सी उहदे नालों वध दुखी हो जाना है। कहंदा ऐ ना होवे भी पहला नालों भी बुरी आफत तेरे उत्ते आ जाए। सो इसलिए प्रभु ने तुहानू चंगिया कीता आ, प्रभु जी तुहानू चंगिया करना चाहुंदे आ। प्रभु आप ही चंगियाई देण वाले आ। हालेलुया। ते इसलिए जिन्हां ने शिफा लै ली आ, अंदरूनी शिफा, आत्मक शिफा, जिन्हां ने गुनाहां दी माफ़ी मंग ली आ, जिन्हां नू शांति मिल गई आ, वचन उन्हां नू दसदा ऐदों गाहां नू पाप नहीं करना। सो परमेश्वर नू इदां ही कहना, प्रभु जी साडी मदद करो कि असीं पाप तो बचे रहीए। सो परमेश्वर जी दी किरपा हुण तो हमेशा तिकर परमेश्वर दे चाहण वालियां दे उत्ते बनी रहे। आमीन। वीडियोस देखने दे लई हुणे सब्सक्राइब करो साडा YouTube चैनल पास्टर दियोल खोजेवाला। हर समय परमेश्वर दे वचन दा आनंद लैण दे लई फॉलो करो साडा Facebook पेज पास्टर दियोल खोजेवाला जीसस हीलिंग मिनिस्ट्री। सत्संग दा समा हर ऐतवार ਅਤੇ हर वीरवार सवेरे 10 ਵਜੇ ਤੋਂ 2 ਵਜੇ ਤੱਕ। प्रार्थना करवाउण ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777।